ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਉਚਾਰਨ ਕੀਤੇ ਹੋਏ ਸ਼ਬਦ ਆਪਾਂ ਵਿਚਾਰ ਰਹੇ ਹਾਂ। ਰਾਗ ਬਸੰਤ ਵਿੱਚ ਮਹਾਰਾਜ ਜੀ ਦੇ ਸ਼ਬਦ ਆਰੰਭ ਹੋ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1186 ਅੰਗ ਤੇ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਬਦ ਦਰਜ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਸੰਤ ਹਿੰਡੋਲ ਮਹੱਲਾ ਨਵਾਂ। ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੋ ਅਦੁੱਤੀ ਹੈ, ਉਹ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਗ ਬਸੰਤ ਹਿੰਡੋਲ ਹੈ। ਬਸੰਤ ਦੇ ਕਈ ਪ੍ਰਕਾਰ ਰਾਗੀ ਸਿੰਘ ਗਾਇਨ ਕਰਦੇ ਹਨ। ਉਹਨਾਂ ਵਿੱਚ ਕੁਝ ਕੁ ਸੁਰਾਂ ਦਾ ਫਰਕ ਪਾ ਕੇ ਉਹਨਾਂ ਰਾਗਾਂ ਦਾ ਸਵਰੂਪ ਬਦਲ ਜਾਂਦਾ ਹੈ। ਬਸੰਤ ਬਹਾਰ ਵੀ ਗਾਉਂਦੇ ਨੇ, ਬਸੰਤ ਹਿੰਡੋਲ ਵੀ ਗਾਉਂਦੇ ਨੇ। ਤੂੰ ਇੱਥੇ ਬਸੰਤ ਹਿੰਡੋਲ, ਬਸੰਤ ਤੇ ਹਿੰਡੋਲ ਦੀਆਂ ਦੋਨਾਂ ਸੁਰਾਂ ਨੂੰ ਮਿਲਾ ਕੇ ਜਿਹੜਾ ਰਾਗ ਗਾਇਨ ਕੀਤਾ ਜਾਣਾ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਬਦ ਉਚਾਰਦੇ ਹਨ। ਸਰਵਣ ਕਰੀਏ ਜੀ। ਸਾਧੋ ਇਹੋ ਤਨ ਮਿਥਿਆ ਜਾਨੋ। ਇਹ ਸਾਧੋ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਸਾਧੋ ਆ ਜਿਹੜਾ ਤਨ ਹੈ, ਇਹ ਜਿਹੜਾ ਸਰੀਰ ਹੈ, ਇਹ ਮਿਥਿਆ ਜਾਣੋ। ਇਹ ਮਿਥਿਆ, ਇਸ ਤਨ ਨੂੰ ਸੱਚ ਨਹੀਂ ਕਹਿ ਸਕਦੇ। ਇਹ ਕਲਪਨਾ ਹੀ ਹੈ ਨਾ ਇੱਕ ਪ੍ਰਕਾਰ ਦੀ। ਜੇ ਸੱਚ ਹੁੰਦਾ ਤੇ ਸਾਡੇ ਜਨਮ ਤੋਂ ਪਹਿਲਾਂ ਨਹੀਂ ਸੀ। ਜੇ ਸੱਚ ਹੁੰਦਾ ਤੇ ਮਰਨ ਤੋਂ ਬਾਅਦ ਵੀ ਰਹਿੰਦਾ ਨਹੀਂ ਰਹਿੰਦਾ। ਕੇਵਲ ਵਰਤਮਾਨ ਦੇ ਸਮੇਂ 'ਚ ਭਾਸ ਰਿਹਾ, ਇਸ ਕਰਕੇ ਇਹਨੂੰ ਸੱਚ ਨਹੀਂ ਕਿਹਾ ਜਾ ਸਕਦਾ। ਸੱਚ ਤਾਂ ਉਹ ਹੈ ਜਿਹੜਾ ਤਿੰਨਾਂ ਕਾਲਾਂ 'ਚ ਹੋਵੇ, ਜਨਮ ਤੋਂ ਪਹਿਲਾਂ ਵੀ ਤੇ ਮਰਨ ਤੋਂ ਬਾਅਦ ਵੀ। ਉਸੇ ਨੂੰ ਸੱਚ ਕਹਾਂਗੇ ਨਾ। ਇਸ ਕਰਕੇ ਗੁਰਦੇਵ ਕਹਿੰਦੇ, ਸਾਧੋ ਇਸ ਤਨ ਨੂੰ ਮਿਥਿਆ ਜਾਣੋ। ਆਖਿਆ ਮਹਾਰਾਜ ਜੀ, ਜੇ ਸਰੀਰ ਮਿਥਿਆ ਹੈ, ਝੂਠਾ ਹੈ, ਤੇ ਫਿਰ ਸੱਚ ਕੀ ਹੈ? ਅਗਲੀ ਪੰਕਤੀ 'ਚ ਦੱਸਦੇ ਹਨ, ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਸਾਧੋ ਇਹ ਤਨ ਮਿਥਿਆ ਜਾਣੋ, ਪਰ ਇਹਦੇ ਵਿੱਚ ਜਿਹੜਾ ਰਾਮ ਵਸਦਾ ਉਹਨੂੰ ਸੱਚ ਜਾਣੋ, ਉਹ ਸੱਚਾ ਹੈ। ਸਾਚੋ ਤਾਹੇ ਪਛਾਨੋ, ਉਸ ਨੂੰ ਸੱਚਾ ਪਛਾਣੋ, ਬਸ ਉਹੀ ਸੱਚ ਹੈ। ਕਿਉਂਕਿ ਸੱਚ ਦੇ ਆਸ਼ਰਿਤ ਜੁੜਿਆ ਹੋਇਆ ਇਹ ਸਰੀਰ ਵੀ ਸੱਚ ਭਾਸਣ ਲੱਗ ਪੈਂਦਾ। ਸੂਰਜ ਦੀ ਰੌਸ਼ਨੀ ਜਦੋਂ ਸ਼ੀਸ਼ੇ 'ਚ ਪੈਂਦੀ ਹੈ ਤੇ ਵੇਖਣ ਵਾਲਾ ਸੋਚਦਾ ਵੀ ਸ਼ੀਸ਼ੇ 'ਚੋਂ ਰੌਸ਼ਨੀ ਨਿਕਲ ਰਹੀ ਹੈ, ਕਿਉਂਕਿ ਸੂਰਜ ਨਾਲ ਜੁੜ ਕੇ ਸ਼ੀਸ਼ੇ ਵਿੱਚੋਂ ਵੀ ਰੋਸ਼ਨੀ ਨਿਕਲਣ ਲੱਗ ਪਈ ਹੈ। ਇਸ ਕਰਕੇ ਸ਼ੀਸ਼ੇ ਦੀ ਰੋਸ਼ਨੀ ਸੱਚ ਲੱਗਣ ਲੱਗ ਪਈ, ਪਰ ਉਹ ਸੱਚ ਤਾਂ ਨਹੀਂ। ਸਾਡਾ ਇਹ ਮਿਥਿਆ ਤਨ ਸੱਚ ਦੇ ਆਸ਼ਰਿਤ ਹੈ, ਸੱਚ ਰਾਮ ਦੇ ਆਸ਼ਰਿਤ ਹੈ। ਹੁਣ ਰਾਮ ਦੇ ਆਸ਼ਰਿਤ ਹੋਣ ਕਰਕੇ ਸਰੀਰ ਵੀ ਸੱਚ ਭਾਸਣ ਲੱਗ ਪਿਆ। ਸਮੱਸਿਆ ਤਾਂ ਇਹ ਹੈ ਨਾ, ਕਿਉਂਕਿ ਸੱਚ ਦੇ ਆਸ਼ਰਿਤ ਹੋਣ ਕਰਕੇ ਸਰੀਰ ਵੀ ਸੱਚ ਦਿਸਦਾ। ਪਰ ਪਾਤਸ਼ਾਹ ਕਹਿੰਦੇ ਹਨ ਵੀ ਇਹ ਤਾਂ ਕੇਵਲ ਉਸ ਸੱਚ ਦਾ ਪ੍ਰਤੀਬਿੰਬ ਹੈ ਜੋ ਇਸ ਤਨ ਵਿੱਚ ਤੈਨੂੰ ਨਜ਼ਰ ਆ ਰਿਹਾ ਹੈ, ਪਰ ਇਹ ਸੱਚ ਨਹੀਂ। ਇਹਦੇ ਵਿੱਚ ਜੋ ਰਾਮ ਵਸਦਾ ਹੈ ਉਹ ਸੱਚ ਹੈ, ਉਹਨੂੰ ਪਛਾਣ। ਇੱਥੇ ਪਛਾਣਨ ਦੀ ਗੱਲ ਕਹੀ ਹੈ ਮਹਾਰਾਜ ਜੀ ਨੇ। ਉਹਨੂੰ ਪਛਾਣ, ਉਸ ਨੂੰ ਜਾਣ, ਜੋ ਇਹਦੇ ਵਿੱਚ ਸੱਚ ਰੂਪ ਹੋ ਕੇ ਵਸਦਾ ਹੈ। ਹਾਂਜੀ। ਰਹਾਉ
ਇਹੋ ਜਗ ਹੈ ਸੰਪਤ ਸੁਪਨੇ ਕੀ, ਦੇਖ ਕਹਾ ਐਡਾਨੋ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਜਗਤ ਹੈ ਔਰ ਇਸ ਜਗਤ ਦੀ ਜਿਤਨੀ ਸੰਪਤੀ ਹੈ, ਜਿਤਨੀ ਵਿਭੂਤੀ ਹੈ, ਇਸ ਜਗਤ ਦੀ ਜਿਤਨੀ ਸੰਪਤੀ, ਜਿਤਨੀ ਵਿਭੂਤੀ ਹੈ, ਪਾਤਸ਼ਾਹ ਕਹਿੰਦੇ ਸੁਪਨੇ ਦੇ ਸਮਾਨ ਹੈ। ਸੁਪਨੇ ਦੀ ਵਿਭੂਤੀ ਕਿਤੇ ਸੱਚ ਹੁੰਦੀ ਹੈ? ਸੁਪਨੇ 'ਚ ਅਸੀਂ ਜੋ ਕੁਝ ਵੇਖਦੇ ਹਾਂ ਕੀ ਉਹ ਸੱਚ ਹੁੰਦਾ? ਸੁਪਨੇ 'ਚ ਕਿੰਨਾ ਕੁਝ ਵੇਖ ਲੈਂਦਾ, ਸੁਪਨੇ ਵਿੱਚ ਤਾਂ ਬਹੁਤ ਕੁਝ ਤੱਕਦਾ, ਕੀ ਉਹ ਸੱਚ ਹੁੰਦਾ? ਪਾਤਸ਼ਾਹ ਕਹਿੰਦੇ ਇਸ ਜਗਤ ਦੀ ਜਿਤਨੀ ਵੀ ਸੰਪਤੀ ਹੈ, ਵਿਭੂਤੀ ਹੈ, ਇਹ ਸੁਪਨੇ ਦੀ ਨਿਆਈ ਹੈ। ਹੁਣ ਸੁਪਨੇ ਦੀ ਨਿਆਈ ਇਸ ਜਗਤ ਦੀ ਵਿਭੂਤੀ ਨੂੰ ਵੇਖ ਕੇ ਤੂੰ ਕਿਹੜੀ ਆਕੜ ਦੇ ਵਿੱਚ ਤੁਰਿਆ ਫਿਰਦਾ? ਅਡਾਨੋ ਦਾ ਮਤਲਬ ਹੁੰਦਾ ਵੀ ਕਿਹੜੀ ਆਕੜ ਦੇ ਵਿੱਚ, ਹੈਂਕੜ 'ਚ ਤੁਰਿਆ ਫਿਰਦਾ, ਜਿਹੜੀਆਂ ਵਸਤੂਆਂ ਹੈ ਨਹੀਂ ਸੁਪਨੇ। ਹੁਣ ਸੁਪਨੇ ਵਿੱਚ ਕਿਸੇ ਆਖਿਆ ਮੈਂ ਅਰਬਾਂ ਰੁਪਈਆ ਵੇਖਿਆ, ਹੁਣ ਉਹਦਾ ਹੰਕਾਰ ਚੁੱਕੀ ਫਿਰੇ, ਉਹ ਤਾਂ ਹੈ ਹੀ ਨਹੀਂ, ਵੇਖ ਲਿਆ ਪਰ ਉਹ ਹੈ ਤਾਂ ਨਹੀਂ। ਇਹ ਜਗਤ ਹੀ ਸੁਪਨਾ ਤੇ ਇਹਦੀ ਜਿਤਨੀ ਸੰਪਤੀ ਹੈ ਵੀ ਸੁਪਨੇ ਦੇ ਸਮਾਨ ਹੈ, ਤੇ ਸੁਪਨੇ ਦੇ ਸਮਾਨ ਜਗਤ ਦੀ ਇਸ ਸੰਪਤੀ ਨੂੰ ਵੇਖ ਕੇ ਤੂੰ ਕਿਹੜੇ ਹੰਕਾਰ ਤੇ ਹੈਂਕੜ ਦੇ ਵਿੱਚ ਟੁਰਿਆ ਫਿਰਦਾ ਸੱਜਣਾ? ਇਹਦਾ ਕੀ ਹੰਕਾਰ ਕਰਨਾ ਜੋ ਹੈ ਹੀ ਸੁਪਨਾ? ਰਾਜੇ ਜਨਕ ਨੇ ਪੁੱਛਿਆ, ਮੈਂ ਰਾਤ ਸੁਪਨਾ ਵੇਖਿਆ ਸੀ ਗੁਰਦੇਵ, ਸੁਪਨੇ 'ਚ ਭਿਖਾਰੀ ਬਣ ਗਿਆ। ਦਿਨੇ ਬਾਦਸ਼ਾਹ ਬਣ ਕੇ ਬੈਠਾ ਤੇ ਅਸ਼ਟਾਵਕਰ ਜੀ ਆਏ, ਪੁੱਛਿਆ, ਨੌਕਰ ਚਾਕਰ ਨੇ ਆਲੇ ਦੁਆਲੇ ਰਾਜ ਭਾਗ ਹੈ, ਇਹ ਸੱਚ ਕਿ ਉਹ ਸੱਚ? ਜੋ ਸੁਪਨੇ 'ਚ ਵੇਖਿਆ ਸੀ ਉਹ ਸੱਚ ਹੈ, ਜਾਂ ਜਿਹੜਾ ਹੋਣਾ ਰਾਜ ਭਾਗ ਕਰਦਾ ਮੈਂ ਬੈਠਾ ਇਹ ਸੱਚ ਹੈ? ਤੇ ਅਸ਼ਟਾਵਕਰ ਵੀ ਮਹਾਨ ਰਿਸ਼ੀ ਸਨ, ਮਹਾਨ ਤਪਸਵੀ ਸਨ, ਤਾਂ ਉਹਨਾਂ ਵੀ ਜਵਾਬ ਦਿੱਤਾ, ਰਾਜਾ ਨਾ ਇਹ ਸੱਚ ਨਾ ਉਹ ਸੱਚ, ਇਹ ਵੀ ਸੁਪਨਾ ਤੇ ਉਹ ਵੀ ਸੁਪਨਾ, ਫਰਕ ਇੰਨਾ, ਉਹ ਸਰੀਰ ਕਰਕੇ ਸੁੱਤਾ ਪਿਆ ਸੀ ਵੇਖਿਆ, ਇੱਥੇ ਸੁਰਤ ਕਰਕੇ ਸੁੱਤਾ ਪਿਆ ਤੇ ਤਾਂ ਦਿਸ ਰਿਹਾ ਅਵਿਦਿਆ। ਉਹ ਸਰੀਰਕ ਨਿੰਦਰਾ ਵਿੱਚ ਵੇਖਿਆ, ਇਹ ਮਾਨਸਿਕ ਨਿੰਦਰਾ ਵਿੱਚ ਵੇਖ ਰਿਹਾ, ਜਿੱਥੇ ਅਵਿਦਿਆ ਦੀ ਨੀਂਦ ਹੈ, ਅਗਿਆਨਤਾ ਦੀ ਨੀਂਦ ਹੈ, ਹੈ ਇਹ ਵੀ ਸੁਪਨਾ। ਪਾਤਸ਼ਾਹ ਕਹਿੰਦੇ ਸੁਪਨੇ ਦੀ ਇਸ ਸੰਪਤੀ ਨੂੰ ਵੇਖ ਕੇ, ਵਿਭੂਤੀ ਨੂੰ ਵੇਖ ਕੇ, ਜਿਹੜਾ ਸਾਰਾ ਜਗਤ ਹੈ ਹੀ ਸੁਪਨਾ, ਤੂੰ ਕਿਸ ਗੱਲ ਕਰਕੇ ਹੰਕਾਰ ਦੇ ਵਿੱਚ ਹੈਂਕੜ 'ਚ ਟੁਰਿਆ ਫਿਰਦਾ ਹੈ? ਸੰਗ ਤਿਹਾਰ ਕਛੂ ਨਾ ਚੱਲ, ਤਾਹੇ ਕਹਾ ਲਪਟਾਨੋ। ਜੋ ਇਹ ਸੁਪਨੇ ਦਾ ਵੇਖਿਆ ਹੈ ਤੂੰ, ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲਣਾ। ਨੌਵੇਂ ਪਾਤਸ਼ਾਹ ਕਹਿੰਦੇ ਸੰਗ ਤਿਹਾਰ ਕਛੂ ਨਾ ਚੱਲ, ਕੁਝ ਵੀ ਨਾਲ ਨਹੀਂ ਚੱਲਣਾ ਤੇਰੇ ਭਾਈ। ਤਾਹੇ ਕਹਾ ਲਪਟਾਨੋ, ਤੂੰ ਇਹਦੇ ਵਿੱਚ ਕਿਉਂ ਲੰਪਟ ਹੋ ਰਿਹਾ? ਕਿਉਂ ਇਹਦੇ ਵਿੱਚ ਲੋਭੀ ਹੋ ਕਰਕੇ ਇਸੇ ਵਿੱਚ ਹੀ ਉਲਝਿਆ ਹੋਇਆ? ਉਸਤਤ ਨਿੰਦਾ ਦੋ ਪਰ ਹਰ ਕੀਰਤ ਉਰ ਆਨੋ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਚੋਂ ਉਸਤਤ ਤੇ ਨਿੰਦਾ, ਲੋਕਾਂ ਦੀਆਂ ਖੁਸ਼ਾਮਦਾਂ ਤੇ ਲੋਕਾਂ ਦੀ ਨਿੰਦਾ, ਇਹਨਾਂ ਦੋਨਾਂ ਦੇ ਭਾਵਾਂ ਨੂੰ ਛੱਡ ਕੇ ਹਰੀ ਦੀ ਕੀਰਤੀ ਨੂੰ ਆਪਣੇ ਹਿਰਦੇ 'ਚ ਲਿਆ, ਹਰੀ ਦੀ ਕੀਰਤੀ ਨੂੰ ਹਿਰਦੇ 'ਚ ਵਸਾ। ਦੁਨੀਆਂ ਦੀਆਂ ਖੁਸ਼ਾਮਦਾਂ ਜਦੋਂ ਉਸਤਤ ਕਰੇਗਾ ਤੇ ਨਿੰਦਾ ਵੀ ਕਰਨੀ ਪਏਗੀ ਕਿਸੇ ਦੀ ਨਾ। ਕਹਿੰਦੇ ਦੁਨੀਆਂ ਦੀ ਉਸਤਤ ਨਿੰਦਾ ਦੋਹਾਂ ਨੂੰ ਛੱਡ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਜੋ ਕੀਰਤੀ ਹੈ ਉਹਨੂੰ ਆਪਣੇ ਹਿਰਦੇ ਵਿੱਚ ਲਿਆ, ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰ। ਜਨ ਨਾਨਕ ਸਭ ਹੀ ਮੈਂ ਪੂਰਨ, ਏਕ ਪੁਰਖ ਭਗਵਾਨੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਵਿੱਚ ਪਰਿਪੂਰਨ ਹੈ। ਉਹ ਇੱਕੋ ਪੁਰਖ ਭਗਵਾਨ ਹੈ ਜਿਹੜਾ ਸਾਰਿਆਂ ਵਿੱਚ ਇੱਕ ਸਮਾਨ ਪੂਰਨ ਹੈ। ਐਸਾ ਨਹੀਂ ਕਿਸੇ 'ਚ ਵੱਧ ਹੋਵੇ ਕਿਸੇ 'ਚ ਘੱਟ ਹੋਵੇ। ਆਪਣੀ ਅਵਿਦਿਆ ਕਰਕੇ ਕਿਸੇ ਦੇ ਹਿਰਦੇ ਦੇ ਵਿੱਚ ਉਹ ਮੰਦ ਹੈ, ਉਹਨੂੰ ਦਿਸਦਾ ਹੀ ਨਹੀਂ।
ਚੰਦਰਮਾ ਜਦੋਂ ਚੜ੍ਹਦਾ ਤੇ ਸਾਰਿਆਂ ਲਈ ਇੱਕ ਸਮਾਨ ਹੈ। ਕਿਸੇ ਨੂੰ ਐਨਕਾਂ ਲੱਗੀਆਂ ਹੋਣ, ਕਿਸੇ ਦੀ ਨਿਗਾਹ ਘੱਟ ਹੋਵੇ, ਇਹਦੇ 'ਚ ਚੰਦਰਮਾ ਦਾ ਕੋਈ ਦੋਸ਼ ਨਹੀਂ। ਉਹ ਤਾਂ ਸਾਰਿਆਂ ਲਈ ਇੱਕ ਸਮਾਨ ਚਾਨਣੀ ਦੇ ਰਿਹਾ। ਪਾਰ ਬ੍ਰਹਮ ਪਰਮੇਸ਼ਰ ਸਰਬ ਥਾਈ ਪਰਿਪੂਰਨ ਇੱਕ ਸਮਾਨ ਹੈ, ਇੱਕ ਸਮਾਨ ਪਰਿਪੂਰਨ ਹੈ। ਤਦੇ ਕਲਗੀਧਰ ਜੀ ਦੇ ਬਚਨ, ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਉਹ ਸਾਰਿਆਂ ਵਿੱਚ ਪਰਿਪੂਰਨ ਹੈ, ਉਸ ਦੀ ਉਸਤਤ ਕਰ। ਸੰਤ ਮਹੱਲਾ ਨਾਵਾ, ਪਾਪੀ ਹਿਆ ਮੈਂ ਕਾਮ ਬਸਾਏ। ਨੌਵੇਂ ਪਾਤਸ਼ਾਹ ਫਰਮਾਨ ਕਰਦੇ ਰਾਗ ਬਸੰਤ ਵਿੱਚ, ਪਾਪੀ ਹਿਰਦੇ ਵਿੱਚ ਤੂੰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਵਸਾਈ ਬੈਠਾ। ਪਾਪੀ ਹਿਰਦੇ 'ਚ ਵਸਦੇ ਨੇ ਵਿਕਾਰ। ਜਿਹੜੇ ਪਵਿੱਤਰ ਤੇ ਨਿਰਮਲ ਹਿਰਦੇ ਨੇ ਉੱਥੇ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ ਪਾਪੀ ਹਿਰਦਿਆਂ ਵਿੱਚ, ਤਦੇ ਉਹ ਪਾਪੀ ਨੇ ਕਿਉਂਕਿ ਉਹਨਾਂ 'ਚ ਕਾਮ ਹੈ, ਉਹਨਾਂ 'ਚ ਕ੍ਰੋਧ ਹੈ, ਉਹਨਾਂ 'ਚ ਵਿਕਾਰ ਹਨ। ਪਾਪੀ ਹਿਰਦੇ ਵਿੱਚ ਤੂੰ ਕਾਮ ਵਸਾਇਆ ਹੋਇਆ। ਮਨ ਚੰਚਲਿਆ ਤੇ ਗਇਓ ਨਾ ਜਾਏ। ਇਸੇ ਕਰਕੇ ਮਨ ਇਤਨਾ ਚੰਚਲ ਹੈ ਕਿ ਫੜਿਆ ਨਹੀਂ ਜਾਂਦਾ, ਇਹਨੂੰ ਗਇਓ ਨਹੀਂ ਜਾ। ਗਇਓ ਦਾ ਮਤਲਬ ਇਹਨੂੰ ਕਾਬੂ ਕਰਨਾ ਔਖਾ ਹੋ ਰਿਹਾ, ਇਸ ਨੂੰ ਪਕੜਨਾ ਔਖਾ ਹੋ ਰਿਹਾ। ਕਿਉਂਕਿ ਪਾਪੀ ਹਿਰਦੇ ਵਿੱਚ ਕਾਮ ਵਸਿਆ ਹੋਇਆ। ਕਾਮਨਾਵਾਂ, ਇੱਕ ਕਾਮਨਾ ਉੱਠਦੀ ਹੈ, ਮੁੱਕਦੀ ਹੈ, ਤੇ ਦੂਸਰਾ ਫੁਰਨਾ, ਦੂਸਰਾ ਮੁੱਕਦਾ, ਤੇ ਤੀਸਰਾ ਮੁੱਕਦਾ, ਤੇ ਚੌਥਾ। ਇੱਕ ਫੁਰਨਾ ਉੱਠਦਿਆਂ ਖਤਮ ਹੁੰਦਾ ਤੇ ਦੂਸਰਾ ਸ਼ੁਰੂ ਹੁੰਦਾ। ਉਹਦੇ ਵਿਚਕਾਰ ਦਾ ਜਿਹੜਾ ਸਮਾਂ ਉਹਨੂੰ ਪਕੜਨਾ, ਉਹਨੂੰ ਕਹਿੰਦੇ ਨੇ ਮਨ ਨੂੰ ਫੜਨਾ। ਹੁਣ ਉਹ ਫੜਿਆ ਨਹੀਂ ਜਾਂਦਾ, ਉਹ ਗ੍ਰਹਿਣ ਕਰਨਾ ਬੜਾ ਔਖਾ ਹੈ। ਫੁਰਨਾ ਖਤਮ ਹੋਇਆ, ਦੂਸਰਾ ਉੱਠਣਾ। ਵਿਚਕਾਰ ਜਿਹੜਾ ਖਾਲੀ ਥਾਂ ਹੈ ਕੁਝ ਸਮੇਂ ਲਈ, ਉਹਨੂੰ ਕਿਸੇ ਸਮੇਂ ਦੇ ਵਿੱਚ ਤੁਸੀਂ ਲਿਆ ਹੀ ਨਹੀਂ ਸਕਦੇ ਵੀ ਕਿੰਨਾ ਕੁ ਸਮਾਂ ਹੋਵੇਗਾ। ਕੋਈ ਪੈਰਾਮੀਟਰ ਬਣਿਆ ਹੀ ਨਹੀਂ ਹੋਣਾ ਜਿਹਦੇ ਨਾਲ ਉਹਨੂੰ ਮਾਪਿਆ ਜਾ ਸਕੇ। ਉਸ ਨੂੰ ਪਕੜਨਾ। ਪਾਤਸ਼ਾਹ ਕਹਿੰਦੇ ਇਸੇ ਕਰਕੇ ਮਨ ਚੰਚਲ ਹੈ। ਚੰਚਲ ਮਨ ਜਾਂ ਤੇ ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਇਹਨੂੰ ਗ੍ਰਹਿਣ ਕਰਨਾ, ਪਕੜ ਸਕਣਾ ਔਖਾ ਹੋ ਰਿਹਾ ਹੈ। ਰਹਾਉ ਜੋਗੀ ਜੰਗਮ ਅਰ ਸੰਨਿਆਸ। ਬੜੇ ਬੜੇ ਜੋਗੀ, ਜੰਗਮ ਅਤੇ ਸੰਨਿਆਸੀ, ਬੜੇ ਬੜੇ ਸੰਨਿਆਸੀ ਵੀ ਜਿਨ੍ਹਾਂ ਸੰਨਿਆਸ ਲਿਆ, ਬੜੇ ਬੜੇ ਜੋਗੀ ਵੀ ਨੇ, ਬੜੇ ਬੜੇ ਜੰਗਮ ਵੀ ਹਨ। ਸਭ ਹੀ ਪਰ ਡਾਰੀ ਇਹ ਫਾਸ। ਇਹ ਮਾਇਆ ਦੀ ਜਿਹੜੀ ਫਾਈ ਹੈ ਇਹ ਸਾਰਿਆਂ ਦੇ ਉੱਤੇ ਪਰਮੇਸ਼ਰ ਨੇ ਪਾਈ ਹੋਈ ਹੈ। ਮਾਇਆ ਨੇ ਆਪਣੀ ਫਾਈ ਸਾਰਿਆਂ ਤੇ ਪਾਈ। ਐਸਾ ਨਹੀਂ ਵੀ ਕੋਈ ਉਹਦੇ ਤੋਂ ਮੁਕਤ ਹੋ ਗਿਆ। ਸੰਨਿਆਸ ਲੈ ਕੇ ਕੋਈ ਮੁਕਤ ਤਾਂ ਨਹੀਂ ਹੋ ਜਾਂਦਾ। ਵੱਡੇ ਵੱਡੇ ਸੰਨਿਆਸੀਆਂ ਨੂੰ ਵੀ ਭਰਮਾ ਲੈਂਦੀ ਹੈ ਮਾਇਆ। ਤਾਂ ਜੋਗੀ ਬਣ ਕੇ ਕੋਈ ਮੁਕਤ ਤਾਂ ਨਹੀਂ ਹੋ ਜਾਂਦਾ। ਵੱਡੇ ਵੱਡੇ ਜੋਗੀਆਂ ਨੂੰ ਵੀ ਮਾਇਆ ਭਰਮਾ ਲੈਂਦੀ ਹੈ। ਗੋਰਖਨਾਥ ਦਾ ਗੁਰੂ ਸੀ ਮਛੰਦਰਨਾਥ, ਮਾਇਆ ਨੇ ਤਾਂ ਉਹਨੂੰ ਵੀ ਭਰਮਾ ਲਿਆ। ਸੋ ਵੱਡਿਆਂ ਵੱਡਿਆਂ ਦੇ ਉੱਤੇ ਨੇ ਆਪਣਾ ਫਾਈ ਪਾ ਕੇ ਮਹਾਰਾਜ ਜੀ ਕਹਿੰਦੇ ਇਸ ਜੀਵ ਨੂੰ ਭਰਮਾ ਲਿਆ। ਜਿਹ ਜਿਹ ਹਰ ਕੋ ਨਾਮ ਸਮਾਰ। ਪਰ ਜਿਨ੍ਹਾਂ ਜਿਨ੍ਹਾਂ ਨੇ, ਭਾਵੇਂ ਉਹ ਜੋਗੀ ਵੀ ਹੋਣ, ਸੰਨਿਆਸੀ ਵੀ ਹੋਣ, ਗ੍ਰਸਤੀ ਹੋਣ, ਕੋਈ ਵੀ ਹੋਵੇ, ਜਿਨ੍ਹਾਂ ਜਿਨ੍ਹਾਂ ਨੇ ਵੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੰਭਾਲਿਆ, ਨਾਮ ਨੂੰ ਅਰਾਧਿਆ, ਤੇ ਭਵ ਸਾਗਰ ਉਤਰੇ ਪਾਰ। ਉਹ ਇਸ ਭਾਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰੇ ਨੇ। ਨਾਮ ਜਪਣ ਵਾਲੇ, ਕਿਉਂਕਿ ਨਾਮ ਜਪਦਿਆਂ ਜਪਦਿਆਂ ਅਹੰਗ ਭਾਵ ਖਤਮ ਹੁੰਦਾ। ਜੋਗੀ ਜੋਗ ਕਰਦਿਆਂ ਹੰਕਾਰ ਚ ਆ ਜਾਂਦਾ ਹੈ, ਪਰ ਨਾਮ ਜਪਣ ਵਾਲੇ ਹਿਰਦੇ ਵਿੱਚੋਂ ਤਾਂ ਹਉਮੈ ਨਿਰਵਿਰਤ ਹੁੰਦੀ। ਤੋ ਜਿਨ੍ਹਾਂ ਜਿਨ੍ਹਾਂ ਵੀ ਹਰੀ ਦਾ ਨਾਮ ਸੰਭਾਲਿਆ ਉਹ ਇਸ ਭਾਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਰ ਗਏ। ਜਨ ਨਾਨਕ ਹਰ ਕੀ ਸ਼ਰਣਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ, ਮੈਂ ਨਿਰੰਕਾਰ ਦੀ ਪਨਾਹ ਵਿੱਚ ਹਾਂ।
ਤੀਜੈ ਨਾਮ ਰਹਿ ਗੁਣ ਗਾਏ। हे ਵਾਹਿਗੁਰੂ ਜੀ, ਮੈਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਦਿਓ, ਮੈਂ ਤੁਹਾਡੇ ਗੁਣਾਂ ਨੂੰ ਗਾਇਨ ਕਰਦਾ ਰਹਾ, ਤੁਹਾਡੇ ਗੁਣਾਂ ਨੂੰ ਨਿਰੰਤਰ ਇੱਕ ਰਸ ਗਾਇਨ ਕਰਦਾ ਰਹਾ। ਐਸਾ ਅੰਮ੍ਰਿਤ ਨਾਮ ਕਿਰਪਾ ਕਰਕੇ ਮੈਨੂੰ ਬਖਸ਼ੋ। ਸਤਿਗੁਰਾਂ ਦੀ ਪਾਵਨ ਪਵਿੱਤਰ ਅਗਾਧ ਬੋਧ ਗੁਰਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। फिर संकट जो न गर्भ ना आयो, फिर संकट जो गर्भ ना आयो। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। वाहेगुरु जी का खालसा, वाहेगुरु जी की फतेह।